ਹੈਲੋ ਸਟੂਡੈਂਟਸ ਵੈਲਕਮ ਟੂ ਮਾਈ YouTube ਚੈਨਲ। तो स्टूडेंट ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ ਮੇਨ 2021 ਜੇਈ ਮੇਨ। तो ਇਸ ਦਾ ਫਾਰਮ ਤੁਸੀਂ ਕਿਸ ਤਰ੍ਹਾਂ ਫਿਲ ਕਰ ਸਕਦੇ ਹੋ। तो ਸਟੈਪ ਬਾਈ ਸਟੈਪ ਇਸ ਦੇ ਪ੍ਰੋਸੈਸ ਦੇ ਬਾਰੇ ਅਸੀਂ ਇਸ ਵੀਡੀਓ ਵਿੱਚ ਪੂਰੀ ਡਿਟੇਲ ਦੇ ਵਿੱਚ ਚਰਚਾ ਕਰਾਂਗੇ। तो ਸਭ ਤੋਂ ਪਹਿਲਾਂ ਅਸੀਂ ਗੂਗਲ ਤੇ ਸਰਚ ਕਰਾਂਗੇ ਜੀ ਜੇਈ ਮੇਨ। क्लिक करोगे तो ਤੁਹਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਜੀ jmain.nta.nic.in ਤੇ ਅਸੀਂ ਕਲਿੱਕ ਕਰਾਂਗੇ। ਕਲਿੱਕ ਕਰਦੇ ਤੁਸੀਂ jmain ਦੀ ਜੋ ਆਫੀਸ਼ੀਅਲ ਵੈਬਸਾਈਟ ਹੈ ਉਸ ਦੇ ਆ ਜਾਓਗੇ। ਇਹ ਆਫੀਸ਼ੀਅਲ ਵੈਬਸਾਈਟ ਹੈ। ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਕਰੰਟ ਇਵੈਂਟ ਹੈ ਜੀ ਇਨਫੋਰਮੇਸ਼ਨ ਬੁਲੇਟਿਨ, ਜਿਸ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਬ੍ਰੋਸ਼ਰ 'ਚ ਸਾਰੀ ਇਨਫੋਰਮੇਸ਼ਨ ਇਸ ਦੇ ਰਿਗਾਰਡਿੰਗ ਮਿਲ ਜਾਏਗੀ। ਔਰ ਰਾਈਟ ਸਾਈਡ ਤੇ ਤੁਸੀਂ ਦੇਖ ਰਹੇ ਹੋ ਐਪਲੀਕੇਸ਼ਨ ਫਾਰ ਸਬਮਿਸ਼ਨ। ਇਸ ਦੀ ਜਿਹੜੇ ਸਬਮਿਸ਼ਨ ਹੈ 16 ਦਸੰਬਰ ਤੋਂ ਸਟਾਰਟ ਹੈ ਔਰ 16 ਜਨਵਰੀ ਤੱਕ ਅਸੀਂ ਇਸ ਦਾ ਐਪਲੀਕੇਸ਼ਨ ਫਾਰਮ ਜਿਹੜਾ ਭਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਨੀਚੇ ਆਵਾਂਗੇ ਤਾਂ ਨੀਚੇ ਤੁਸੀਂ ਦੇਖ ਰਹੇ ਹੋ ਅਪਲਾਈ ਫਾਰ ਜੇਈ ਮੇਨਸ, ਇੱਥੇ ਅਸੀਂ ਕਲਿੱਕ ਕਰਾਂਗੇ। ਕਲਿੱਕ ਕਰਨ ਦੇ ਨਾਲ ਤੁਹਾਨੂੰ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ। ਇਸ ਵਿੱਚ ਸਭ ਤੋਂ ਇੰਪੋਰਟੈਂਟ ਹੈ ਇਹਦੇ ਵਿੱਚ ਸਟੈਪਸ ਟੂ ਅਪਲਾਈ। 4 ਸਟੈਪਸ ਵਿੱਚ ਸਾਡਾ ਫਾਰਮ ਜਿਹੜਾ ਕੰਪਲੀਟ ਹੋਏਗਾ। ਸਭ ਤੋਂ ਪਹਿਲਾਂ ਆ ਜਾਏਗਾ ਜੀ ਅਪਲਾਈ ਫਾਰ ਆਨਲਾਈਨ ਰਜਿਸਟ੍ਰੇਸ਼ਨ। ਸੈਕੰਡ ਸਟੈਪ ਹੋਏਗਾ ਆਨਲਾਈਨ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਔਰ ਅਪਲੋਡ ਸਕੈਨ ਫੋਟੋ ਐਂਡ ਸਿਗਨੇਚਰ। ਉਸ ਤੋਂ ਬਾਅਦ ਆ ਜਾਏਗਾ ਪੇ ਐਗਜ਼ਾਮੀਨੇਸ਼ਨ ਫੀਸ। ਠੀਕ ਹੈ, 4 ਸਟੈਪਸ ਦੇ ਵਿੱਚ ਸਾਡਾ ਐਗਜ਼ਾਮ ਸਾਡਾ ਜਿਹੜਾ ਫਾਰਮ ਹੈ ਆਨਲਾਈਨ ਪ੍ਰੋਸੈਸ ਜਿਹੜਾ ਕੰਪਲੀਟ ਹੋਏਗਾ। दूसरी साइड ਤੁਸੀਂ देख रहे हो नीचे आ गया जी न्यू रजिस्ट्रेशन और इस तो बाद अगर राइट साइड देखने च लिखा ओनली रजिस्टर्ड कैंडीडेट साइन इन। अगर ਅਸੀਂ ਆਲਰੇਡੀ ਰਜਿਸਟਰਡ ਕਰ ਚੁੱਕੇ ਹਾਂ तो सब तो पहला फिर ਅਸੀਂ ਇੱਥੇ ਐਪਲੀਕੇਸ਼ਨ ਨੰਬਰ ਫਿਲ ਕਰਾਂਗੇ, ਪਾਸਵਰਡ ਨੰਬਰ ਫਿਲ ਕਰਾਂਗੇ ਔਰ ਸਿਕਿਉਰਿਟੀ ਪਿਨ ਕਰਾਂਗੇ ਤੇ ਸਾਈਨ ਇਨ ਕਰਾਂਗੇ। ਲੇਕਿਨ ਜੋ ਅਗਰ ਅਸੀਂ ਨਿਊ ਰਜਿਸਟ੍ਰੇਸ਼ਨ ਅਜੇ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਕਲਿੱਕ ਕਰਾਂਗੇ ਜੀ ਨਿਊ ਰਜਿਸਟ੍ਰੇਸ਼ਨ ਤੇ। ਜਦੋਂ ਅਸੀਂ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰਾਂਗੇ तो ਸਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਸਕਰੀਨ ਤੇ ਆ ਜਾਏਗਾ, ਜਿਸ ਦੇ ਵਿੱਚ ਆ ਗਿਆ ਇੰਸਟਰਕਸ਼ਨ ਐਂਡ ਪ੍ਰੋਸੀਜਰ ਫਾਰ ਆਨਲਾਈਨ ਸਬਮਿਸ਼ਨ ਐਪਲੀਕੇਸ਼ਨ, ਜਿਸ ਦੇ ਵਿੱਚ ਕੋਰਸ ਹੈ ਜਿਵੇਂ ਕਿ ਪੇਪਰ BE BTech ਔਰ ਪੇਪਰ 2A B ਆਰਕੀਟੈਕਟ, ਪੇਪਰ 2B B ਪਲੈਨਿੰਗ। ਔਰ ਇਸ ਦੇ ਵਿੱਚ ਇਹਨਾਂ ਦੀ ਫੀਸ ਜਿਹੜੀ ਹੈ ਮੈਂਸ਼ਨ ਕੀਤੀ ਗਈ ਹੈ। ਅਗਰ ਜਨਰਲ OBC EWS कैटेगरी ਵਿੱਚ ਅਗਰ ਮੇਲ ਕੈਂਡੀਡੇਟ ਹੈ ਉਸ ਦੀ ਫੀਸ ਹੋਏਗੀ 650। ਅਗਰ ਫੀਮੇਲ ਕੈਂਡੀਡੇਟ ਹੈ ਤਾਂ ਉਸ ਦੀ ਫੀਸ ਹੋਏਗੀ 325 ਰੁਪਏ। ਅਗਰ ਕੈਂਡੀਡੇਟ ਆਊਟ ਆਫ ਇੰਡੀਆ ਤੋਂ ਹੈ ਤਾਂ ਉਸ ਦੀ ਫੀਸ ਹੋਏਗੀ 3000। ਅਗਰ ਫੀਮੇਲ ਹੈ ਤਾਂ ਉਸ ਦੀ ਫੀਸ ਹੋਏਗੀ 1500। ਠੀਕ ਹੈ, ਇਹ ਤੁਸੀਂ ਆਪਣੇ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜਾਂ ਜਿਹੜਾ ਤੁਸੀਂ ਕੋਰਸ ਅਪਲਾਈ ਕਰਨਾ ਚਾਹੁੰਦੇ ਹੋ ਉਸ ਦੇ ਅਕੋਰਡਿੰਗ ਤੁਸੀਂ ਫੀਸ ਦੇਖ ਸਕਦੇ ਹੋ। ਉਸ ਤੋਂ ਬਾਅਦ ਅਸੀਂ ਨੀਚੇ ਆਵਾਂਗੇ तो ਐਪਲੀਕੇਸ਼ਨ ਪ੍ਰੋਸੀਜਰ ਸਟੈਪ 2 ਫਾਲੋਡ। ਇਹ ਅਸੀਂ ਸਾਰੀ ਜਿਹੜੀਆਂ ਇੰਸਟਰਕਸ਼ਨ ਹੈ ਸਭ ਤੋਂ ਪਹਿਲਾਂ ਰੀਡ ਕਰਾਂਗੇ, ਜਿਸ ਦੇ ਵਿੱਚ ਮੇਨ ਹੈ ਤੁਸੀਂ ਦੇਖ ਸਕਦੇ ਹੋ ਕਿ ਸਕੈਨ ਫੋਟੋਗ੍ਰਾਫ ਤੇ ਸਿਗਨੇਚਰ ਜਿਹੜੇ ਹੈ JPG ਫਾਰਮ ਦੇ ਵਿੱਚ ਹੀ ਹੋਣੇ ਚਾਹੀਦੇ ਹੈ ਔਰ ਫੋਟੋ ਦਾ ਜਿਹੜਾ ਸਾਈਜ਼ ਹੈ ਉਹ 10 KB ਤੋਂ ਲੈ ਕੇ 20 KB ਤੱਕ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਸਕੈਨ ਕਰਨਾ ਹੈ। ਉਸ ਤੋਂ ਬਾਅਦ ਹੈ ਕਿ ਅਗਰ ਸਿਗਨੇਚਰ ਹੈ ਤਾਂ 4 KB ਤੋਂ ਲੈ ਕੇ 30 KB ਤੱਕ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਅਗਰ ਕੋਈ ਕੈਟਾਗਰੀ ਸਰਟੀਫਿਕੇਟ ਤੁਸੀਂ ਸਕੈਨ ਕਰਦੇ ਹੋ ਤਾਂ ਉਹ 50 KB ਤੋਂ ਲੈ ਕੇ 300 KB ਤੱਕ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਕੋਈ ਹੋਰ ਅਗਰ ਸਰਟੀਫਿਕੇਟ ਹੈ तो उसदे विच तुसी 50 KB ਤੇ 300 KB ਦੇ ਵਿੱਚ ਹੀ ਉਹਦਾ ਜਿਹੜਾ ਸਾਈਜ਼ ਹੈ ਔਰ JPG ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਸਾਰੀ ਇੰਸਟਰਕਸ਼ਨਾਂ ਤੁਸੀਂ ਧਿਆਨ ਦੇ ਨਾਲ ਰੀਡ ਕਰ ਲੈਣਾ। ਸੋ ਪਿਛਲੀ ਵੀਡੀਓ ਵਿੱਚ ਮੈਂ ਸਾਰੀ ਇੰਸਟਰਕਸ਼ਨਾਂ ਨੂੰ ਡਿਸਕਸ ਕਰ ਚੁੱਕੇ ਹਾਂ। तो ਉਸ ਤੋਂ ਬਾਅਦ ਅਸੀਂ ਨੀਚੇ ਆਵਾਂਗੇ ਤਾਂ ਨੀਚੇ ਇੱਥੇ ਅਸੀਂ ਟਿਕ ਕਰਾਂਗੇ। ਟਿਕ ਕਰਨ ਤੇ ਹੋ ਗਿਆ ਕਿ ਜਿਹੜੀਆਂ ਸਾਰੀਆਂ ਇੰਸਟਰਕਸ਼ਨਾਂ ਹੈ ਜੋ ਉੱਪਰ ਦਿੱਤੀਆਂ ਉਹਨਾਂ ਨੂੰ ਅਸੀਂ ਰੀਡ ਕਰ ਲਿਆ, ਸਮਝ ਲਿਆ। ਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਕਲਿੱਕ ਟੂ ਪ੍ਰੋਸੀਡ। ਕਲਿੱਕ ਟੂ ਪ੍ਰੋਸੀਡ तो इस दे नाल ही साडे कोल इंटरफेस आ जाएगा जी, जिस दे विच असीं पर्सनल डिटेल जिहड़ी है फिल करांगे।
फादर्स नेम, मदर्स नेम, कैंडिडेट, डेट ऑफ बर्थ। जिमें मैं फॉर एग्जांपल कोई नाम फिल कर लेना, सपोज करो मैं तो फिल कर लेना जी। ਉਸ ਤੋਂ ਬਾਅਦ ਤੁਸੀਂ ਇੱਥੇ ਡੇਟ ਫਿਲ ਕਰੋਗੇ, ਜੋ ਤੁਹਾਡੀ ਡੇਟ ਸਰਟੀਫਿਕੇਟ ਦੇ ਅਕੋਰਡਿੰਗ ਹੈ ਉਸ ਡੇਟ ਨੂੰ ਤੁਸੀਂ ਇੱਥੇ ਫਿਲ ਕਰੋਗੇ। ਇੱਥੋਂ ਤੁਸੀਂ ਈਅਰ ਸਿਲੈਕਟ ਕਰੋਗੇ, ਜਿਸ ਈਅਰ ਦਾ ਤੁਹਾਡਾ ਡੇਟ ਆਫ ਬਰਥ ਹੈ। ਇੱਥੇ ਤੁਸੀਂ ਜੈਂਡਰ ਸਿਲੈਕਟ ਕਰੋਗੇ, ਮੇਲ ਫੀਮੇਲ। ਉਸ ਤੋਂ ਬਾਅਦ ਆ ਜਾਏਗਾ ਆਇਡੈਂਟੀਟੀ। ਆਇਡੈਂਟੀਟੀ ਤੁਸੀਂ ਕਰ ਸਕਦੇ ਹੋ ਜੀ ਪੈਨ ਕਾਰਡ, ਸਕੂਲ ਆਈਡੀ, ਪਾਸਪੋਰਟ, ਕੁਆਲੀਫਾਈਂਗ ਐਗਜ਼ਾਮੀਨੇਸ਼ਨ ਐਡਮਿਟ ਕਾਰਡ ਜਾਂ ਵੋਟਰ ਆਈਡੀ, ਕੋਈ ਵੀ ਤੁਸੀਂ ਫਿਲ ਕਰ ਸਕਦੇ ਹੋ। ਮੈਂ ਇੱਥੇ ਕਰਾਂਗਾ ਸਕੂਲ ਆਈਡੀ। ਇਸ ਦੇ ਵਿੱਚ ਇਸਦਾ ਸਕੂਲ ਆਈਡੀ ਦਾ ਕੋਈ ਜਿਹੜਾ ਨੰਬਰ ਹੋਏਗਾ ਤੁਸੀਂ ਨੰਬਰ ਫਿਲ ਕਰੋਗੇ। ਉਸ ਤੋਂ ਬਾਅਦ ਨੀਚੇ ਤੁਸੀਂ ਜੀ ਐਡਰੈਸ डिटेल ਦੇ ਨਾਲ ਆਪਣਾ ਜਿਹੜਾ ਐਡਰੈਸ ਹੈ ਫਿਲ ਕਰੋਗੇ। नीचे आ जाएगा लोकेलिटी ऑप्शन। फिर उस तो बाद आ जाएगा ਤੁਹਾਡੇ ਕੋਲ सिटी, टाउन, विलेज, कंट्री, स्टेट, डिस्ट्रिक्ट सिलेक्ट करोगे। तो अकॉर्डिंग टू ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਜੋ ਤੁਹਾਡਾ ਡਿਸਟ੍ਰਿਕਟ ਬਣਦਾ ਤੁਸੀਂ ਡਿਸਟ੍ਰਿਕਟ ਕਰ ਸਕਦੇ ਹੋ। और मैं तो डिस्ट्रिक्ट पठानकोट सिलेक्ट करें। उस तो बाद पिन कोड आ जाएगा। उस तो बाद ईमेल एड्रैस, इस जो मेन है कि जो ईमेल एड्रैस ਤੁਸੀਂ ਭਰਨੀ ਹੈ ਉਹ ਬਿਲਕੁਲ ਜੋ ਐਕਚੁਅਲੀ ਤੁਹਾਡੀ ਈਮੇਲ ਵਰਕਿੰਗ ਦੇ ਵਿੱਚ ਹੈ ਉਹ ਈਮੇਲ ਐਡਰੈਸ ਭਰਨਾ ਤਾਂ ਕਿ ਹਰ ਕੋਈ ਜੋ ਇਨਫੋਰਮੇਸ਼ਨ ਇਸ ਰਿਕਾਰਡਿੰਗ ਤੁਹਾਨੂੰ ਈਮੇਲ ਦੇ ਰਾਹੀਂ ਮਿਲਣੀ ਹੈ। ਇਸ ਕਾਰਨ ਵੈਲਿਡ ਤੁਸੀਂ ਜਿਹੜੀ ਤੁਹਾਡੀ ਈਮੇਲ ਆਈਡੀ ਹੈ ਉਹ ਫਿਲ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਮੋਬਾਈਲ ਨੰਬਰ ਫਿਲ ਕਰੋਗੇ ਔਰ ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਕੋਲ ਆਪਸ਼ਨ ਆ ਜਾਏਗਾ ਪਰਮਾਨੈਂਟ ਐਡਰੈਸ। तो अगर ਤੁਹਾਡਾ ਐਡਰੈਸ ਸੇਮ ਹੈ ਤਾਂ ਤੁਸੀਂ ਇੱਥੇ ਟਿਕ ਕਰ ਸਕਦੇ ਹੋ। ਅਗਰ ਤੁਹਾਡਾ ਐਡਰੈਸ ਡਿਫਰੈਂਟ ਹੈ ਤਾਂ ਤੁਸੀਂ ਇੱਥੇ ਐਡਰੈਸ ਫਿਲ ਵੀ ਕਰ ਸਕਦੇ ਹੋ ਜਿਵੇਂ ਅਸੀਂ ਉੱਪਰ ਫਿਲ ਕਰ ਚੁੱਕੇ ਹਾਂ। ਅਗਰ ਅਸੀਂ ਟਿਕ ਕਰਾਂਗੇ ਜੋ ਅਸੀਂ ਉੱਪਰ ਫਿਲ ਕੀਤਾ ਹੈ ਉਹ ਸਾਰੇ ਜਿਹੜੇ ਕਾਲਮ ਸਾਡੇ ਕੋਲ ਨੀਚੇ ਵੀ ਜਿਹੜੇ ਸਾਡੇ ਕੋਲ ਜਿਹੜੇ ਆ ਫਿਲ ਹੋ ਜਾਣਗੇ ਆਟੋਮੈਟਿਕਲੀ। ਉਸ ਤੋਂ ਬਾਅਦ ਸਭ ਤੋਂ ਮੇਨ ਇੰਪੋਰਟੈਂਟ ਪੁਆਇੰਟ ਆ ਗਿਆ ਜੀ ਪਾਸਵਰਡ। तो ਅਸੀਂ ਇਸ ਦੇ ਵਿੱਚ ਪਾਸਵਰਡ ਜਨਰੇਟ ਕਰਨਾ ਹੈ। ਜਦੋਂ ਅਸੀਂ ਪਾਸਵਰਡ ਤੇ ਕਲਿੱਕ ਕਰਾਂਗੇ ਸਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਸਾਹਮਣੇ ਆ ਜਾਏਗਾ। ਤੋ ਇਹਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਪਾਸਵਰਡ ਜਿਹੜਾ ਮਸਟ ਵੀ ਸਾਡੇ ਕੋਲ 18 ਤੋਂ ਲੈ ਕੇ 13 ਕਰੈਕਟਰ ਤੱਕ ਦੇ ਵਿੱਚ ਹੋਣਾ ਚਾਹੀਦਾ ਔਰ ਪਾਸਵਰਡ ਮਸਟ ਹੈਵ ਐਟਲੀਸਟ 1 ਇੱਕ ਅਪਰ अल्फ़ाबेट, एक लोअर अल्फ़ाबेट और एक न्यूमेरिक अल्फ़ाबेट और एक स्पेशल करैक्टर। ये ਤੁਸੀਂ ਦੇਖ ਰਹੇ ਹੋ ਸਪੈਸ਼ਲ ਕਰੈਕਟਰ, ਇਹ ਸਾਡੇ ਕੋਲ ਸਪੈਸ਼ਲ ਕਰੈਕਟਰ ਹੋਣਾ ਚਾਹੀਦਾ। ਤੋ ਇਸ ਤਰ੍ਹਾਂ ਅਸੀਂ ਜਿਹੜਾ ਪਾਸਵਰਡ ਜਿਹੜਾ ਇੱਥੇ ਜਨਰੇਟ ਕਰਾਂਗੇ। ਉਸ ਤੋਂ ਬਾਅਦ ਤੁਸੀਂ ਕਨਫਰਮ ਕਰੋਗੇ ਪਾਸਵਰਡ ਨੂੰ। ਉਸ ਤੋਂ ਬਾਅਦ ਤੁਸੀਂ ਇੱਥੇ क्वेश्चन सिक्योरिटी क्वेश्चन ऐड कर सकते हो। तो सिक्योरिटी क्वेश्चन ਤੁਹਾਡਾ ਆ ਗਿਆ नेम ऑफ योर फर्स्ट स्कूल, what is your neighbor pet name, what is your registration number of your vehicles, what is your favorite book। तो कोई भी ਤੁਸੀਂ ਇਹਨਾਂ ਵਿੱਚੋਂ ਸਿਲੈਕਟ ਕਰ ਸਕਦੇ ਹੋ। ਮੈਂ ਇੱਥੇ ਕਰ ਰਿਹਾ what is name of your first school। ਉਹ ਨੀਚੇ ਇੱਥੇ ਸਕੂਲ ਦਾ ਨਾਮ ਆ ਜਾਏਗਾ। ਨੀਚੇ ਇੱਥੇ ਤੁਸੀਂ ਸਿਕਿਉਰਿਟੀ ਪਿਨ ਜਿਹੜੀ ਨੀਚੇ ਇਹ ਸਿਕਿਉਰਿਟੀ ਪਿਨ ਹੈ ਇਹਨੂੰ ਇੱਥੇ ਫਿਲ ਕਰੋਗੇ 28x3p ਤੇ 2। ਇਸ ਤੋਂ ਬਾਅਦ ਫਿਲ ਕਰਤੇ ਅਸੀਂ ਇੱਥੇ ਆਵਾਂਗੇ ਜੀ ਸਬਮਿਟ ਦੇ। ਤੋ ਸਬਮਿਟ ਤੇ ਸਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਜਿਸ ਵਿੱਚ ਤੁਸੀਂ ਦੇਖ ਰਹੇ ਹੋ। ਇਸ ਵਿੱਚ ਹੈ ਪਲੀਜ਼ ਰਿਵਿਊ ਫੋਲੋਇੰਗ ਇਨਫੋਰਮੇਸ਼ਨ ਕੇਅਰਫੁਲੀ ਇਫ ਵੁੱਡ
like to change any information enter you do so pressing edit registration form button or press the final submission। तो ਅਸੀਂ ਇੱਥੇ edit form ਤੇ click ਕਰਾਂਗੇ। ਡਾਇਲੌਗ ਬਾਕਸ ਕਲੋਜ਼ ਕਰਨ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਆ ਜਾਏਗਾ। ਇਹਦੇ ਵਿੱਚ ਅਸੀਂ ਚੈੱਕ ਲਿਸਟ ਕਰਨੀ ਹੈ ਜਿਹਦੇ ਵਿੱਚ ਹੈ ਕਿ ਤੁਹਾਡਾ ਨੇਮ ਤੁਸੀਂ ਆਪਣਾ ਚੈੱਕ ਕਰ ਲੈਣਾ ਕਿਉਂਕਿ ਇਸ ਤੋਂ ਬਾਅਦ ਤੁਹਾਡਾ ਜਿਹੜਾ ਫਾਰਮ ਵਿੱਚ ਐਡਿਟਿੰਗ ਨਹੀਂ ਹੋਏਗੀ। ਫਾਦਰ ਨੇਮਸ ਤੁਸੀਂ ਚੈੱਕ ਕਰ ਲੈਣਾ ਆਪਣਾ। ਉਸ ਤੋਂ ਬਾਅਦ ਮਦਰ ਨੇਮ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਜੋ ਡੇਟ ਆਫ ਬਰਥ ਫਿਲ ਕੀਤੀ ਹੈ ਇਹਨੂੰ ਬੜੇ ਧਿਆਨ ਨਾਲ ਫਿਲ ਕਰਨਾ, ਇਹ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਜੋ ਜੈਂਡਰ ਫਿਲ ਕੀਤਾ ਹੈ, ਉਸ ਤੋਂ ਬਾਅਦ ਮੋਬਾਈਲ ਜੋ ਐਡਰੈਸ ਹੈ, ਉਸ ਤੋਂ ਬਾਅਦ ਮੋਬਾਈਲ ਨੰਬਰ ਹੈ ਔਰ ਉਸ ਤੋਂ ਬਾਅਦ ਹੈ ਜੀ ਈਮੇਲ ਆਈਡੀ। ਜਦੋਂ ਸਾਰੀਆਂ ਚੀਜ਼ਾਂ ਤੁਸੀਂ ਇੱਕ ਵਾਰੀ ਫਾਰਮ ਦੇ ਨਾਲ ਫਿਰ ਚੈੱਕ ਕਰ ਲੈਂਦੇ ਹੋ ਤਾਂ ਇੱਥੇ ਤੁਸੀਂ ਐਗਰੀ ਤੇ ਆਈ ਐਗਰੀ ਤੇ ਕਰੋਗੇ। ਉਸ ਤੋਂ ਬਾਅਦ ਆ ਜਾਏਗਾ ਸਾਡੇ ਕੋਲ ਫਾਈਨਲ। ਅਗਰ ਅਸੀਂ ਕੋਈ ਐਡੀਟਿੰਗ ਕਰਨਾ ਚਾਹੁੰਦੇ ਅਗਰ ਕੋਈ ਗਲਤੀ ਬਾਈ ਮਿਸਟੇਕ ਹੋ ਗਈ ਹੈ ਤਾਂ ਤੁਸੀਂ ਇਹਨੂੰ ਐਡਿਟ ਰਜਿਸਟ੍ਰੇਸ਼ਨ ਫਾਰਮ ਤੋਂ ਤੁਹਾਡਾ ਫਾਰਮ ਜਿਹੜਾ ਤੁਸੀਂ ਐਡਿਟ ਕਰ ਸਕਦੇ ਹੋ ਅਗਰ ਕੋਈ ਗਲਤੀ ਨਾਲ ਕੋਈ ਚੀਜ਼ ਫਿਲ ਹੋ ਗਈ ਹੈ ਤਾਂ ਨਹੀਂ ਤਾਂ ਅਸੀਂ ਕਰਾਂਗੇ ਤੇ ਫਾਈਨਲ ਸਬਮਿਟ। ਫਾਈਨਲ ਸਬਮਿਟ ਫਿਰ ਪੁੱਛੇਗਾ ਡੂ ਯੂ ਵਿਸ਼ ਟੂ ਸਬਮਿਟ ਰਜਿਸਟ੍ਰੇਸ਼ਨ ਫਾਰਮ ਫਾਈਨਲੀ ਤਾਂ ਅਸੀਂ ਕਲਿੱਕ ਕਰਾਂਗੇ ਜੀ ਯੈਸ। तो ਇਹ ਤੁਹਾਡੀ ਈਮੇਲ ਆਈਡੀ ਤੇ ਜਿਹੜਾ ਤੁਹਾਡੀ ਰਜਿਸਟ੍ਰੇਸ਼ਨ ਨੰਬਰ ਔਰ ਐਪਲੀਕੇਸ਼ਨ ਜਿਹੜਾ ਪਾਸਵਰਡ ਹੈ ਉਹ ਆ ਜਾਏਗਾ। ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਵਿਊ ਆਫ ਰਜਿਸਟ੍ਰੇਸ਼ਨ ਫਾਰਮ, ਕੰਪਲੀਟ ਐਪਲੀਕੇਸ਼ਨ ਫਾਰਮ, ਅਪਲੋਡ ਡਾਕੂਮੈਂਟਸ ਦ ਪੇ ਫੀਸ। ਤਾਂ ਤੁਹਾਡਾ ਐਪਲੀਕੇਸ਼ਨ ਜਿਹੜਾ ਸਟੇਟਸ ਹੈ ਇਸ ਵਿੱਚ ਆ ਰਿਹਾ ਕਿ ਰਜਿਸਟ੍ਰੇਸ਼ਨ ਫਾਰਮ ਜਿਹੜਾ ਕੰਪਲੀਟ ਹੋ ਗਿਆ ਔਰ ਐਪਲੀਕੇਸ਼ਨ ਫਾਰਮ ਕੰਪਲੀਟ ਕਰਨਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਸਾਡਾ ਕੰਪਲੀਟ ਐਪਲੀਕੇਸ਼ਨ ਫਾਰਮ ਔਰ ਨੀਚੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹ ਸਾਡੇ ਕੋਲ ਆ ਗਿਆ ਜੀ ਸਾਡਾ ਐਪਲੀਕੇਸ਼ਨ ਨੰਬਰ। ਠੀਕ ਹੈ ਜੀ। ਪਾਸਵਰਡ ਅਸੀਂ ਪਹਿਲਾਂ ਆਪਣੇ ਹਿਸਾਬ ਨਾਲ ਜਨਰੇਟ ਕੀਤਾ ਸੀ ਤਾਂ ਐਪਲੀਕੇਸ਼ਨ ਨੰਬਰ ਤੁਸੀਂ ਨੋਟ ਕਰ ਲੈਣਾ ਕਾਪੀ ਦੇ ਉੱਪਰ ਕਿਉਂਕਿ ਨੈਕਸਟ ਟਾਈਮ ਅਸੀਂ ਜੋ ਲੌਗਇਨ ਕਰਨਾ ਹੈ ਤਾਂ ਲੌਗਇਨ ਇਸ ਨੰਬਰ ਦੇ ਥਰੂ ਅਸੀਂ ਲੌਗਇਨ ਕਰਾਂਗੇ। ਜਿਵੇਂ ਤੁਸੀਂ ਦੇਖ ਰਹੇ ਹੋ ਐਪਲੀਕੇਸ਼ਨ ਨੰਬਰ ਹੈ 210310145292। ਉਸ ਤੋਂ ਬਾਅਦ ਅਸੀਂ ਕਰਾਂਗੇ ਕੰਪਲੀਟ ਫਾਰਮ। तो नेक्स्ट साढ़े को आ जाएगा जी फर्स्ट साढ़े को रजिस्ट्रेशन कंप्लीट हो गई है। उस तो बाद असी इसका ਹੁਣ ਅਸੀਂ ਕੰਪਲੀਟ ਫਾਰਮ ਦੇ ਵਿੱਚ ਜਿਹੜੀ ਸਾਡੀ ਪਰਸਨਲ ਡਿਟੇਲ ਹੈ ਉਹਨੂੰ ਅਸੀਂ ਫਿਲ ਕਰਾਂਗੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਫਾਦਰ ਨੇਮ ਮਦਰ ਨੇਮ ਆ ਗਿਆ। ਨੈਸ਼ਨੈਲਿਟੀ ਕਰਾਂਗੇ ਇੱਥੇ ਜੀ ਇੱਥੇ ਆ ਜਾਏਗਾ ਸਾਡੇ ਕੋਲ ਇੰਡੀਆ। ਉਸ ਤੋਂ ਬਾਅਦ ਤੁਸੀਂ ਸਟੇਟ ਯੂਟੀ 12th ਇਕੁਐਲੈਂਟ ਐਗਜ਼ਾਮ ਜਿਹੜਾ ਤੁਸੀਂ ਕੀਤਾ ਹੈ ਇਹ ਆ ਜਾਏਗਾ ਜੀ ਤੁਹਾਡੀ ਸਟੇਟ ਦਾ ਨਾਮ ਆ ਜਾਏਗਾ। ਜਿਸ ਤਰ੍ਹਾਂ ਅਸੀਂ ਪੰਜਾਬ ਤੋਂ ਹੈ ਤਾਂ ਅਸੀਂ ਇੱਥੇ ਪੰਜਾਬ ਫਿਲ ਕਰਾਂਗੇ ਸਟੇਟ। ਨੈਕਸਟ ਆ ਜਾਏਗਾ ਸਾਡੇ ਕੋਲ ਜੀ ਕੈਟਾਗਰੀ। ਜਿਸ ਕੈਟਾਗਰੀ ਦੇ ਨਾਲ ਤੁਸੀਂ ਸੰਬੰਧਿਤ ਹੋ ਜਨਰਲ ਕੈਟਾਗਰੀ ਐਸਸੀ ਕੈਟਾਗਰੀ ਐਸਟੀ ਜਿਸ ਵੀ ਕੈਟਾਗਰੀ ਨਾਲ ਸੰਬੰਧਿਤ ਤੁਸੀਂ ਫਿਲ ਕਰਨਾ ਚਾਹੁੰਦੇ ਹੋ ਤੁਸੀਂ ਇੱਥੇ ਫਾਰਮ ਜਿਹੜਾ ਫਿਲ ਕਰ ਸਕਦੇ ਹੋ। ਉਸ ਤੋਂ ਬਾਅਦ ਅਗਰ ਤੁਸੀਂ ਫਿਜ਼ੀਕਲ ਹੈਂਡੀਕੈਪਡ ਹੋ ਤਾਂ ਇਹਦੇ ਵਿੱਚ ਤੁਸੀਂ ਫਿਲ ਕਰੋਗੇ ਯੈਸ ਜਾਂ ਨੋ ਆਪਣੇ ਅਕੋਰਡਿੰਗ। तो मैं इतने नो फिल करांगा। उस तो बाद है आर यू डायबिटिक तो इतने तुसी अगर हो तो डायबिटिक हो तो यस करोगे अगर नहीं है तो तुसी करोगे इतने नो करोगे। इतने असी कर दें नो जी। उस तो बाद आ गया जी प्लेस ऑफ रेजिडेंस अर्बन है या रूरल है। अगर तुसी पिंड विच रहिंदे हो तो रूरल करोगे ਤੇ ਅਗਰ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਅਰਬਨ ਕਰੋਗੇ। ਉਸ ਤੋਂ ਬਾਅਦ ਆ ਗਿਆ ਮੋਡ ਆਫ ਪ੍ਰੈਪਰੇਸ਼ਨ। ਮੋਡ ਆਫ ਪ੍ਰੈਪਰੇਸ਼ਨ ਕੀ ਆ ਗਿਆ ਤੁਹਾਡੇ ਕੋਲ ਸੈਲਫ ਸਟੱਡੀ ਆ ਗਿਆ ਇੰਡੀਵਿਜੂਅਲ ਟਿਊਸ਼ਨ ਆ ਗਿਆ ਜਾਂ ਟਿਊਟੋਰੀਅਲ ਕਲਾਸਿਸ ਆ ਗਿਆ। ਇੱਥੇ ਅਸੀਂ ਕਰ ਦਾਂਗੇ ਜੀ ਸੈਲਫ ਸਟੱਡੀ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਮੀਡੀਅਮ ਆਫ ਕੁਆਲੀਫਾਈਂਗ ਐਗਜ਼ਾਮੀਨੇਸ਼ਨ ਤਾਂ ਅਸੀਂ ਇੱਥੇ ਮੀਡੀਅਮ ਫਿਲ ਕਰਾਂਗੇ। ਮੀਡੀਅਮ ਤੁਹਾਡਾ ਜੀ ਜਿਸ ਲੈਂਗੁਏਜ ਦੇ ਵਿੱਚ ਤੁਸੀਂ +2 ਕੀਤੀ ਹੈ ਜਾਂ ਆਪਣਾ ਕੋਰਸ ਕਰ ਰਹੇ ਹੋ ਇੰਗਲਿਸ਼ ਕਰ ਸਕਦੇ ਹੋ ਹਿੰਦੀ ਕਰ ਸਕਦੇ ਹੋ ਤਾਂ ਇਸ ਦੇ ਵਿੱਚ ਅਸੀਂ ਕਰਾਂਗੇ ਜੀ ਇੰਗਲਿਸ਼। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ ਮੇਨ ਹੈ ਨੈਕਸਟ ਅਪਲਾਈ ਫॉर। ਸਾਡੇ ਕੋਲ ਇਸ ਵਾਰ ਐਗਜ਼ਾਮ ਦੇ 4 ਸੈਸ਼ਨ ਹੋ ਰਹੇ ਆ ਤੁਸੀਂ ਕਿਸ ਸੈਸ਼ਨ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ
ਸਭ ਤੋਂ ਪਹਿਲਾਂ ਆ ਗਿਆ ਅਪਲਾਈ ਫਾਰ, ਤੁਸੀਂ ਬੀਟੈਕ 'ਚ ਅਪਲਾਈ ਕਰਨਾ ਚਾਹੁੰਦੇ ਹੋ, ਬੀ ਆਰਕੀਟੈਕਟ 'ਚ, ਬੀ ਪਲੈਨਿੰਗ 'ਚ, ਜਾਂ ਬੀਟੈਕ ਜਾਂ ਬੀ ਆਰਕੀਟੈਕਟ, ਦੋਨਾਂ ਵਿੱਚ ਜਿਹੜਾ ਤੁਸੀਂ ਆਪਣੇ ਹਿਸਾਬ ਦੇ ਨਾਲ, ਆਪਣੇ ਇੰਟਰਸਟ ਦੇ ਹਿਸਾਬ ਦੇ ਨਾਲ ਸਿਲੈਕਟ ਕਰ ਸਕਦੇ ਹੋ। ਇੱਥੇ ਅਸੀਂ ਬੀਟੈਕ ਕਰਾਂਗੇ। ਉਸ ਤੋਂ ਬਾਅਦ ਹੈਗੇ ਸੈਸ਼ਨ, ਇਸ ਦੇ ਵਿੱਚ 4 ਸੈਸ਼ਨ ਹੈ, ਫਰਵਰੀ, ਮਾਰਚ, ਅਪ੍ਰੈਲ, ਮਈ। ਤੁਸੀਂ 4 ਸੈਕਸ਼ਨ ਇਕੱਠੇ ਵੀ ਅਪਲਾਈ ਕਰ ਸਕਦੇ ਹੋ। 4 ਸੈਕਸ਼ਨਾਂ ਵਿੱਚ ਅਗਰ ਤੁਸੀਂ ਅਪੀਅਰ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਇਕੱਠੇ ਵੀ ਅਪਲਾਈ ਕਰ ਸਕਦੇ ਹੋ। ਅਗਰ ਤੁਸੀਂ ਇੱਕ ਸੈਕਸ਼ਨ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੱਕ ਸੈਕਸ਼ਨ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ, ਮੈਂ ਇਸ ਦੇ ਵਿੱਚ 2 ਸੈਸ਼ਨ ਦੇ ਵਿੱਚ ਅਪਲਾਈ ਕਰ ਲੈਂਦੇ ਹਾਂ ਜੀ। ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਪੇਪਰ ਦਾ ਜਿਹੜਾ ਮੀਡੀਅਮ ਹੈ, ਉਹ ਸਾਡੇ ਕੋਲ ਪੇਪਰ ਦਾ ਮੀਡੀਅਮ ਆ ਗਿਆ ਜੀ ਇੰਗਲਿਸ਼। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ ਫਸਟ ਚੁਆਇਸ। ਤਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਸਟੇਟ ਫਿਲ ਕਰਾਂਗੇ। ਸਟੇਟ ਫਿਲ ਕਰਾਂਗੇ ਅਸੀਂ ਜੀ ਪੰਜਾਬ। ਤੋ ਪੰਜਾਬ ਸਟੇਟ ਫਿਲ ਕਰਨ ਦੇ ਨਾਲ ਸਾਡੇ ਕੋਲ ਇੱਧਰ ਆ ਜਾਏਗਾ ਐਗਜ਼ਾਮੀਨੇਸ਼ਨ ਸਿਟੀ। ਕੋਈ ਵੀ ਤੁਸੀਂ ਪੜ੍ਹ ਸਕਦੇ ਹੋ, ਜਿਵੇਂ ਕਿ ਅੰਮ੍ਰਿਤਸਰ ਪੜ੍ਹ ਸਕਦੇ ਹੋ ਆਪਣੀ ਐਡਰੈਸ ਦੇ ਅਕੋਰਡਿੰਗ। ਅਗਰ ਅਸੀਂ ਸੈਕਿੰਡ ਕਰਦੇ ਹਾਂ, ਸੈਕਿੰਡ ਵਿੱਚ ਅਸੀਂ ਜਲੰਧਰ ਫਿਲ ਕਰ ਸਕਦੇ ਹਾਂ, ਕੋਈ ਵੀ ਕਰ ਸਕਦੇ ਹਾਂ ਆਪਣੇ ਸਿਚੁਏਸ਼ਨ ਦੇ ਰਿਕੋਰਡਿੰਗ। ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਟੇਟ ਫਿਲ ਕਰਾਂਗੇ, ਔਰ ਸਟੇਟ ਫਿਲ ਕਰਨ ਤੋਂ ਬਾਅਦ ਸਾਡੇ ਕੋਲ ਇੱਧਰ ਆਪਸ਼ਨ ਆ ਜਾਏਗੀ ਸੈਂਟਰ ਦੀ। ਤੋ ਇਸ ਦੇ ਵਿੱਚ ਆ ਜਾਏਗਾ ਸਾਡੇ ਕੋਲ ਜੀ, ਅਸੀਂ ਜਲੰਧਰ ਹੀ ਭਰ ਲਿਆ, ਸਰ ਲੁਧਿਆਣਾ ਭਰ ਸਕਦੇ ਹਾਂ। ਅਗਰ ਅਸੀਂ ਪਠਾਨਕੋਟ ਭਰਨਾ ਚਾਹੀਏ ਤੇ ਪਠਾਨਕੋਟ ਵੀ ਭਰ ਸਕਦੇ ਹਾਂ। ਇਹਦੇ ਵਿੱਚ ਨੀਚੇ ਆ ਜਾਏਗਾ ਸਾਡੇ ਕੋਲ ਜੀ ਅਸੀਂ ਪਠਾਨਕੋਟ ਤੇ ਕਲਿੱਕ ਕਰ ਸਕਦੇ ਹਾਂ। ਉਸ ਤੋਂ ਬਾਅਦ ਤੁਹਾਡੀ ਹੈ ਜੀ ਕੁਆਲੀਫਿਕੇਸ਼ਨ ਹੈ। ਉਸ ਤੋਂ ਬਾਅਦ ਐਜੂਕੇਸ਼ਨ ਕੁਆਲੀਫਿਕੇਸ਼ਨ, ਜਿਹੜੀ ਤੁਸੀਂ 10th ਹੈ, 10th ਜਿਹੜੀ ਹੈ ਤੁਸੀਂ ਪਾਸਡ ਕੀਤੀ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਏਗਾ ਸਿਲੈਕਟ ਕਰੋਗੇ 10th ਔਰ ਇਕੁਇਲੈਂਟ। ਉਸ ਤੋਂ ਬਾਅਦ ਆ ਜਾਏਗਾ ਜੀ ਪਲੇਸ ਆਫ ਸਕੂਲ, ਕਿਸ ਸਕੂਲ ਦੇ ਵਿੱਚ ਤੁਸੀਂ ਪਾਸ ਕੀਤੀ ਹੈ, ਪਲੇਸ ਆਫ ਸਕੂਲਿੰਗ, ਅਰਬਨ ਹੈ ਜਾਂ ਰੂਰਲ, ਜਿਸ ਏਰੀਏ ਵਿੱਚ ਪੈਂਦਾ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ। ਅਰਬਨ ਸ਼ਹਿਰ ਦੇ ਵਿੱਚ ਅਤੇ ਅਰਬਨ ਹੈ, ਪਿੰਡ ਦੇ ਵਿੱਚ ਤੇ ਰੂਰਲ ਹੈ, ਅਸੀਂ ਅਰਬਨ ਫਿਲ ਕਰਾਂਗੇ। ਉਸ ਤੋਂ ਬਾਅਦ ਇੱਥੇ ਆ ਜਾਏਗਾ ਜੀ ਸਕੂਲ, ਗਵਰਨਮੈਂਟ ਸਕੂਲ ਹੈ ਜਾਂ ਪ੍ਰਾਈਵੇਟ ਸਕੂਲ ਹੈ ਜਾਂ ਅਦਰ ਸਕੂਲ ਹੈ। ਠੀਕ ਹੈ ਜੀ, ਇਹ ਆ ਗਿਆ ਸਾਡੇ ਕੋਲ ਗਵਰਨਮੈਂਟ ਸਕੂਲ ਹੈ, ਗਵਰਨਮੈਂਟ ਐਡਡ ਸਕੂਲ ਹੈ, ਕੇਂਦਰੀ ਵਿਦਿਆਲਿਆ ਹੈ, ਨਵੋਦਿਆ, ਤੇ ਅਸੀਂ ਇੱਥੇ ਲਿਖਣਾ ਹੈ ਜੀ ਸਟੇਟ ਗਵਰਨਮੈਂਟ। ਨੈਕਸਟ ਉਸ ਤੋਂ ਬਾਅਦ ਆ ਜਾਏਗਾ ਜੀ ਜਿਹੜੀ ਤੁਹਾਡੀ ਸਟੇਟ ਹੈ, ਸਟੇਟ ਅਸੀਂ ਇੱਥੇ ਮੈਂਸ਼ਨ ਕਰਾਂਗੇ ਪੰਜਾਬ। ਉਸ ਤੋਂ ਬਾਅਦ ਤੁਸੀਂ ਸਿਲੈਕਟ ਕਰੋਗੇ ਕੁਆਲੀਫਿਕੇਸ਼ਨ, ਸੌਰੀ ਡਿਸਟ੍ਰਿਕਟ, ਇੱਥੇ ਕਰੋਗੇ ਡਿਸਟ੍ਰਿਕਟ ਅੰਮ੍ਰਿਤਸਰ। ਡਿਸਟ੍ਰਿਕਟ ਅਸੀਂ ਇੱਥੇ ਪਠਾਨਕੋਟ ਹੀ ਫਿਲ ਕਰਦੇ ਹਾਂ, ਅਸੀਂ ਪਿੱਛੇ ਵੀ ਪਠਾਨਕੋਟ ਹੀ ਫਿਲ ਕੀਤਾ, ਇੱਥੇ ਪਠਾਨਕੋਟ ਕਰ ਲੈਂਦੇ ਹਾਂ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ 10+2 ਹੈ। 10+2 ਅਗਰ ਤੁਸੀਂ ਪਾਸ ਕਰ ਚੁੱਕੇ ਹੋ ਤਾਂ ਪਾਸਡ ਕਰੋਗੇ। ਅਗਰ ਤੁਸੀਂ +2 ਚ ਅਪੇਅਰਿੰਗ ਹੋ, ਅਜੇ +2 ਚ ਪੜ੍ਹ ਰਹੇ ਹੋ ਤਾਂ ਅਪੇਅਰਿੰਗ ਕਰੋਗੇ। ਅਗਰ ਪਾਸਡ ਹੈ ਤਾਂ ਇੱਥੇ ਪਾਸ ਕਰ ਦੋਗੇ ਆਪਣੇ ਅਕੋਰਡਿੰਗ। ਉਸ ਤੋਂ ਬਾਅਦ ਸੇਮ ਤੁਹਾਡੇ ਕੋਲ ਆ ਜਾਏਗਾ ਜੀ ਇੱਥੇ ਜਿਹੜਾ ਤੁਸੀਂ ਐਗਜ਼ਾਮ ਕੁਆਲੀਫਾਈਂਗ ਐਗਜ਼ਾਮ +2 ਦਾ ਹੈ, ਉਸ ਦੇ ਵਿੱਚ ਕਿਹੜੇ ਸਬਜੈਕਟ ਜਿਹੜੇ ਤੁਸੀਂ ਕੀਤੇ ਹੈ ਇੱਥੇ ਆ ਜਾਏਗਾ। ਇਹਦੇ ਵਿੱਚ ਆ ਜਾਏਗਾ ਸਾਡੇ ਕੋਲ ਜੀ ਪਹਿਲਾ ਆ ਗਿਆ ਡਿਪਲੋਮਾ, ਰੈਕੋਗਨਾਈਜ਼ਡ 3 ਈਅਰ ਡਿਪਲੋਮਾ, ਜਾਂ ਪਬਲਿਕ ਸਕੂਲ ਬੋਰਡ ਸਕੂਲ ਐਜੂਕੇਸ਼ਨ ਫਾਈਨਲ ਐਗਜ਼ਾਮੀਨੇਸ਼ਨ ਆਫ ਅ ਈਅਰ, ਜਾਂ ਆ ਜਾਏਗਾ ਸਾਡੇ ਕੋਲ ਜਨਰਲ ਸਰਟੀਫਿਕੇਟ ਆਫ ਦ ਐਜੂਕੇਸ਼ਨ, ਜਾਂ ਹਾਇਰ ਵੋਕੇਸ਼ਨਲ, ਜਾਂ ਹਾਈ ਸਕੂਲ ਐਗਜ਼ਾਮੀਨੇਸ਼ਨ, ਜਾਂ ਤੁਸੀਂ ਨੀਚੇ ਦੇਖ ਰਹੇ ਹੋ ਇੰਟਰਮੀਡੀਏਟ 2 ਈਅਰਸ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਸੀਨੀਅਰ ਸੈਕੰਡਰੀ ਸਕੂਲ ਐਗਜ਼ਾਮੀਨੇਸ਼ਨ ਕੰਡਕਟਡ ਬਾਈ ਦ ਨੈਸ਼ਨਲ ਇੰਸਟੀਚਿਊਟ ਓਪਨ ਐਗਜ਼ਾਮੀਨੇਸ਼ਨ ਚ, ਔਰ ਇਸ ਦੇ ਵਿੱਚ ਹੋਰ ਆ ਜਾਏਗਾ, ਨੀਚੇ ਦੇਖਦੇ ਹਨ ਸਕਰੋਲ ਕਰਕੇ। ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਸਕੂਲ ਸੀਨੀਅਰ ਸੈਕੰਡਰੀ ਨੈਸ਼ਨਲ ਓਪਨ ਦਾ ਆ ਗਿਆ।
ਇਸ ਦੇ ਵਿੱਚ ਅਸੀਂ ਇਹ ਆਪਸ਼ਨ ਲਵਾਂਗੇ ਤਾਂ ਫਾਈਨਲ ਐਗਜ਼ਾਮੀਨੇਸ਼ਨ +2 ਸਿਸਟਮ ਕੰਡਕਟਡ ਬਾਈ ਐਨੀ ਰੈਕੋਗਨਾਈਜ਼ਡ ਸੈਂਟਰ ਬੋਰਡ ਸੈਂਟਰਲ ਸਟੇਟ ਬੋਰਡ ਸੱਚ ਐਜ਼ ਸੈਂਟਰ ਬੋਰਡ ਸੈਕੰਡਰੀ ਐਜੂਕੇਸ਼ਨ ਨਿਊ ਦਿੱਲੀ ਕਾਉਂਸਲ ਆਫ ਇੰਡੀਅਨ ਸਕੂਲ। ਇਹ ਅਸੀਂ ਕਲਿੱਕ ਕਰ ਲਾਂਗੇ ਇੱਥੇ ਸਟੇਟ ਬੋਰਡ ਵਾਲਾ। ਸੋ ਤੋ ਇੱਥੇ ਆ ਜਾਏਗਾ ਸਾਡੇ ਕੋਲ ਜੀ ਅਰਬਨ, ਉਸ ਤੋਂ ਬਾਅਦ ਸੇਮ ਆ ਗਿਆ ਸਟੇਟ ਗਵਰਨਮੈਂਟ ਆ ਗਿਆ, ਉਸ ਤੋਂ ਬਾਅਦ ਆ ਗਿਆ ਪੰਜਾਬ ਆ ਗਿਆ, ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ ਡਿਸਟ੍ਰਿਕਟ ਆ ਗਿਆ। ਨੈਕਸਟ ਆ ਗਿਆ ਸਾਡੇ ਕੋਲ ਜੀ ਇੱਥੇ ਸਾਡੇ ਕੋਲ ਪੇਰੈਂਟਸ ਦੀ ਜਿਹੜੀ ਹੈ ਇਨਕੰਪਲੀਟ ਜਿਹੜੀ ਡਿਟੇਲ ਹੈ ਉਹ ਅਸੀਂ ਇੱਥੇ ਡਿਟੇਲ। ਉਸ ਤੋਂ ਬਾਅਦ ਆ ਗਿਆ ਐਡੀਸ਼ਨਲ, ਅਗਰ ਆਰ ਯੂ ਟਵਿੰਸ ਤਾਂ ਤੁਸੀਂ ਇੱਥੇ ਯੈਸ ਕਰੋਗੇ, ਅਗਰ ਨਹੀਂ ਤੇ ਨੋ, ਅਗਰ ਹੈਗੇ ਆ ਤਾਂ ਯੈਸ ਕਰੋਗੇ, ਨਹੀਂ ਇੱਥੇ ਨੋ ਕਰੋਗੇ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ ਉਸ ਤੋਂ ਬਾਅਦ ਆ ਜਾਏਗਾ ਸਾਡੇ ਕੋਲ ਜੀ ਪਰਸਨਲ ਇਨਕਮ ਡਿਟੇਲ, ਜਿਹਦੇ ਵਿੱਚ ਆ ਗਿਆ ਜੀ ਸਾਡੇ ਕੋਲ ਫਾਦਰ ਦੀ ਕੁਆਲੀਫਿਕੇਸ਼ਨ। ਠੀਕ ਹੈ ਜੀ। ਅਸੀਂ ਇੱਥੇ ਜਿਸ ਦੇ ਅਕੋਰਡਿੰਗ ਹੈ, ਅਗਰ ਇਲਟਰੇਟ ਹੈ ਜਾਂ ਮੈਟ੍ਰਿਕ ਹੈ ਜਾਂ ਗ੍ਰੈਜੂਏਟ ਹੈ ਜਾਂ ਕੋਈ ਅਦਰ ਹੈ, ਕੋਈ ਵੀ ਤੁਸੀਂ ਫਿਲ ਕਰ ਸਕਦੇ ਹੋ। ਅਗਰ ਅਸੀਂ ਮੈਟ੍ਰਿਕੂਲੇਟ ਕਰ ਲੈਂਦੇ ਹਾਂ ਜੀ। ਆਕੂਪੇਸ਼ਨ ਇੱਥੇ ਆ ਜਾਏਗਾ ਸਾਡਾ ਜੀ, ਕੀ ਕਰਦੇ ਹੈ, ਬਿਜਨਸ ਕਰਦੇ ਹੈ ਜਾਂ ਕੋਈ ਐਗਰੀਕਲਚਰ ਕਰਦੇ ਹੈ ਜਾਂ ਇੰਜੀਨੀਅਰਿੰਗ ਕਰਦੇ ਹੈ, ਲਾਇਰ ਹੈ, ਗਵਰਨਮੈਂਟ ਸਰਵਿਸ ਹੈ, ਪਬਲਿਕ ਸੈਕਟਰ 'ਚ ਹੈ, ਤਾਂ ਅਸੀਂ ਇੱਥੇ ਐਗਰੀਕਲਚਰ ਫਿਲ ਕਰ ਲੈਂਦੇ ਹਾਂ ਜੀ। ਉਸ ਤੋਂ ਬਾਅਦ ਆ ਗਈ ਸਾਡੇ ਜੀ ਇਨਕਮ, ਐਨੂਅਲ ਜਿਹੜੀ ਇਨਕਮ ਹੈ ਉਹ ਤੁਸੀਂ ਇਸ ਸਲੈਬ ਦੇ ਅਕੋਰਡਿੰਗ ਜਿਹੜੀ ਆਪਣੀ ਇਨਕਮ ਜਿਹੜੀ ਹੈ ਉਹ ਫਿਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆ ਗਿਆ ਜੀ ਕੋਈ ਵੀ ਸਲੈਬ ਤੁਸੀਂ 1 ਲੱਖ ਤੋਂ ਲੈ ਕੇ 2 ਲੱਖ ਤੱਕ ਜਾਂ 2 ਲੱਖ ਤੋਂ ਲੈ ਕੇ ਤੇ ਜੋ ਵੀ ਤੁਹਾਡਾ ਇਨਕਮ ਸਲੈਬ ਹੈ ਤੁਸੀਂ ਕਰ ਸਕਦੇ ਹੋ। ਅਪ ਟੂ 1 ਲੱਖ, 1 ਲੱਖ ਤੋਂ ਸਟਾਰਟ ਹੈ। ਉਸ ਤੋਂ ਬਾਅਦ ਸਾਡੇ ਕੋਲ ਆ ਜਾਏ ਜੀ ਮਦਰ ਦੀ ਕੁਆਲੀਫਿਕੇਸ਼ਨ ਮੈਟ੍ਰਿਕੂਲੇਟ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਆਕੂਪੇਸ਼ਨ ਅਗਰ ਹੈਗਾ ਮਦਰ ਦਾ ਤੇ ਤੁਸੀਂ ਮੈਂਸ਼ਨ ਕਰ ਸਕਦੇ ਹੋ, ਨਹੀਂ ਤੇ ਤੁਸੀਂ ਲਿਖ ਸਕਦੇ ਹੋ ਹਾਊਸ ਵਾਈਫ, ਅਦਰ ਦੇ ਵਿੱਚ ਆ ਜਾਏਗਾ। ਉਸ ਤੋਂ ਬਾਅਦ ਇਹਨਾਂ ਦੀ ਇਨਕਮ ਵੀ ਤੁਸੀਂ ਕਰ ਸਕਦੇ ਹੋ, ਇਸ ਦੇ ਵਿੱਚ ਇਨਕਮ ਤੋਂ ਸਾਰੀ ਮੈਂਸ਼ਨ ਹੈ ਵੈਸੇ ਇਨਕਮ, ਚਲੋ ਤੁਸੀਂ ਇਹਦੇ 'ਚ ਇਨਕਮ ਵੀ ਫਿਲ ਕਰ ਸਕਦੇ ਹੋ। ਵੈਸੇ ਹਾਊਸ ਵਾਈਫ ਜਦੋਂ ਆਉਣਾ ਉਸਦੇ ਵਿੱਚ ਇਨਕਮ ਤੇ ਮੈਂਸ਼ਨ ਨਹੀਂ ਹੋਣੀ। ਉਸ ਤੋਂ ਬਾਅਦ ਆ ਜਾਏਗਾ ਸਾਡੇ ਕੋਲ ਜੀ, ਉਸ ਤੋਂ ਬਾਅਦ ਅਗਰ ਤੁਹਾਡਾ ਕੋਈ ਹੋਰ ਗਾਰਡੀਅਨ ਹੈ ਫਾਦਰ ਜਾਂ ਮਦਰ ਤੋਂ ਇਲਾਵਾ, ਤਾਂ ਉਹਨਾਂ ਦੀ ਤੁਸੀਂ ਕੁਆਲੀਫਿਕੇਸ਼ਨ ਫਿਲ ਕਰ ਸਕਦੇ ਹੋ। ਉਹਨਾਂ ਦਾ ਤੁਸੀਂ ਇੱਥੇ ਆਕੂਪੇਸ਼ਨ ਫਿਲ ਕਰ ਸਕਦੇ ਹੋ। ਸੇਮ ਅਗਰ ਐਗਰੀਕਲਚਰ ਹੈ ਜਾਂ ਕੋਈ ਵੀ ਹੈ, ਇਸ ਦੇ ਅਕੋਰਡਿੰਗ ਔਰ ਨੀਚੇ ਇੱਥੇ ਉਹਨਾਂ ਦਾ ਜੋ ਇਨਕਮ ਸਲੈਬ ਹੈ ਤੁਸੀਂ ਇੱਥੇ ਫਿਲ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਇੱਥੇ ਕਰੋਗੇ ਜੀ ਸਿਕਿਉਰਿਟੀ ਪਿਨ, ਜਿਵੇਂ ਕਿ J3N ਕੈਪੀਟਲ ਹੈ, ਫਿਰ 5 ਹੈ, ਫਿਰ 3 ਹੈ, ਫਿਰ 0 ਹੈ। ਤੈਨੂੰ ਅਸੀਂ ਇੱਥੇ ਸਬਮਿਟ ਕਰਾਂਗੇ। ਸਬਮਿਟ ਦੇ ਵਿੱਚ ਅਗਰ ਕੋਈ ਕਾਲਮ ਛੁੱਟ ਗਿਆ ਤਾਂ ਉੱਥੇ ਅਸੀਂ ਰੈੱਡ ਮਾਰਕ ਜਿਹੜਾ ਆ ਜਾਏਗਾ, ਔਰ ਇੱਥੇ ਅਸੀਂ ਕੀ ਕੀਤਾ ਜੀ, ਇੱਕ ਸਾਡਾ ਅਸੀਂ ਫਿਲ ਕੀਤਾ ਸੀ ਪਠਾਨਕੋਟ, ਜਲੰਧਰ, ਲੁਧਿਆਣਾ, ਇੱਥੇ ਅਸੀਂ ਕੋਈ ਹੋਰ ਫਿਲ ਕਰ ਲੈਂਦੇ ਹਾਂ ਜੀ, ਹੁਸ਼ਿਆਰਪੁਰ ਕਰ ਲੈਂਦੇ ਹਾਂ। ਔਰ ਜਿਸ ਤਰ੍ਹਾਂ ਕੋਈ ਇਨਕੰਪਲੀਟ ਕਾਲਮ ਛੁੱਟ ਜਾਏਗਾ ਉੱਥੇ ਰੈੱਡ ਕਲਰ ਆ ਜਾਏਗਾ, ਇਸ ਕਾਰਨ ਸਬਮਿਟ ਨਹੀਂ ਹੋਇਆ, ਤਾਂ ਫਿਰ ਅਸੀਂ ਇਹਨੂੰ ਫਿਰ ਸਿਕਿਉਰਿਟੀ ਪਿਨ ਐਡ ਕਰਾਂਗੇ ਤੇ ਇਹਨੂੰ ਸਬਮਿਟ ਕਰਾਂਗੇ। तो ਇੱਥੇ ਅਸੀਂ ਫਿਰ ਸਬਮਿਟ ਕਰਾਂਗੇ। ਤੋ ਅਜੇ ਵੀ ਸਬਮਿਟ ਨਹੀਂ ਹੋਇਆ, ਇਸ ਦੇ ਵਿੱਚ ਦੇਖਦੇ ਕਿਤੇ ਕੁਛ ਪੁਆਇੰਟ ਸਾਡਾ ਰਹਿ ਗਿਆ ਜਿਹੜਾ ਅਸੀਂ ਫਿਲ ਨਹੀਂ ਕੀਤਾ। ਉਸ ਤੋਂ ਬਾਅਦ ਜੀ ਸਾਡਾ ਇਹ ਕੁਛ ਡਾਟਾ ਜਿਹੜਾ ਹੋਰ ਇਨਕੰਪਲੀਟ ਰਹਿ ਗਿਆ, ਇਹਨੂੰ ਅਸੀਂ ਸਕਰੋਲ ਕਰਕੇ ਇੱਧਰ ਸਾਈਡ ਤੇ ਕਰਕੇ ਇਹਨੂੰ ਅਸੀਂ ਇਹ ਕੰਪਲੀਟ ਕਰਾਂਗੇ। ਜਿਵੇਂ ਕਿ ਆ ਗਿਆ ਸਾਡਾ ਬੋਰਡ, ਤੇ ਕਿਸ ਬੋਰਡ ਤੋਂ ਤੁਸੀਂ ਕੀਤਾ ਹੈ, ਇਹਦੇ ਵਿੱਚ ਆ ਜਾਏਗਾ ਸਾਡਾ ਜੀ
ਪੰਜਾਬ ਬੋਰਡ ਸਿਲੈਕਟ ਕਰੋਗੇ। ਇਹ ਆ ਗਿਆ ਤੁਹਾਡੇ ਕੋਲ ਜੀ ਪੰਜਾਬ ਸਕੂਲ ਬੋਰਡ ਆਫ ਐਜੂਕੇਸ਼ਨ। ਨੈਕਸਟ ਆ ਜਾਏਗਾ ਸਾਡੇ ਕੋਲ ਜੀ ਕਿਹੜੇ ਸਾਲ ਦੇ ਵਿੱਚ ਤੁਸੀਂ ਜਿਹੜੀ ਹੈ 10th ਜਿਹੜੀ ਹੈ ਪਾਸ ਕੀਤੀ। ਉਸ ਤੋਂ ਬਾਅਦ ਇੱਥੇ ਆ ਜਾਏਗਾ ਜੀ ਸਾਡੇ ਕੋਲ ਰਿਜ਼ਲਟ ਮੋਡ ਤੁਹਾਡਾ ਪਰਸੈਂਟੇਜ ਵਿੱਚ ਹੈ ਜਾਂ CGPA ਵਿੱਚ ਹੈ, ਤਾਂ ਅਸੀਂ ਪਰਸੈਂਟੇਜ ਫਿਲ ਕਰ ਦਾਂਗੇ ਇੱਥੇ। तो नेक्स्ट आ जाएगा साढ़े को नेक्स्ट आ जाए जिन्ने तुसी मार्क्स obtained किते मार्क्स obtained टोटल मार्क्स और परसेंटेज फिल करोगे थे मार्क्स obtained टोटल मार्क्स तो जिन्ने तुसी मार्क्स obtained किते है तुसी इत्थे लिख सकते हो। बाई आ जाएगा टोटल मार्क्स इत्थे तुसी अपना रोल नंबर फिल करोगे। उस तो बाद आ जाएगा जी स्कूल ड्रेस और उस तो बाद आ जाएगा पिन कोड ऑलरेडी है और सेम ही नीचे असी +2 का भी सेम फिल करांगे ईयर ऑफ पासिंग। उस तो बाद आ गया साढ़े को परसेंटेज है या CGPH है। उस तो बाद आ गया मार्क्स डिटेल परसेंटेज फिल करोगे उस तो बाद रोड नंबर फिल करोगे उस तो बाद स्कूल का नाम फिल करोगे उस तो बाद ये आ जाएगा साढ़े को स्कूल का नेम और पिन कोड आ जाएगा। ਜਦੋਂ ਅਸੀਂ ਸਬਮਿਟ ਕਰਾਂਗੇ ਤੇ ਸਾਡੇ ਕੋਲ ਇਸ ਤਰ੍ਹਾਂ ਦਾ ਫਿਰ ਇੱਕ ਰਿਵਿਊ ਪੇਜ ਆ ਜਾਏਗਾ ਜਿਸ ਦੇ ਵਿੱਚ ਪਲੀਜ਼ ਰਿਵਿਊ ਦਾ ਫੋਲੋਇੰਗ ਇਨਫੋਰਮੇਸ਼ਨ ਕੇਅਰਫੁਲੀ if would like to change any information enter you may do so by pressing the edit application। ਅਗਰ ਕੋਈ ਅਸੀਂ ਐਡਿਟ ਕਰਨਾ ਚਾਹੁੰਦੇ ਹਾਂ ਅਗਰ ਅਸੀਂ ਫਾਈਨਲ ਸਬਮਿਸ਼ਨ ਕਰਨਾ ਚਾਹੁੰਦੇ ਹਾਂ ਤੇ ਫਾਈਨਲ ਤੇ ਕਰਾਂਗੇ ਇਹਨੂੰ ਅਸੀਂ ਇੱਥੇ ਕਲੋਜ਼ ਕਰਾਂਗੇ। ਕਲੋਜ਼ ਕਰਨ ਦੇ ਨਾਲ ਸਾਡੇ ਕੋਲ ਇਹ ਇੰਟਰਫੇਸ ਆ ਜਾਏਗਾ। ਇਸ ਵਿੱਚ ਤੁਸੀਂ ਆਪਣਾ ਜੀ ਸਕੂਲ ਨੇਮ my name father name mother name date of birth gender category sub category question paper medium ਸੈਸ਼ਨ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਇਹ ਸਾਰੀਆਂ ਚੀਜ਼ਾਂ ਤੁਸੀਂ ਚੈੱਕ ਕਰ ਸਕਦੇ ਹੋ। ਅਗਰ ਕੋਈ ਤੁਸੀਂ ਇਸ ਫਾਰਮ ਦੇ ਵਿੱਚ ਐਡੀਟਿੰਗ ਕਰਨਾ ਚਾਹੁੰਦੇ ਹੋ ਤੁਸੀਂ ਫਾਰਮ ਦੇਖ ਸਕਦੇ ਹੋ। ਇਸ ਦੇ ਵਿੱਚ ਨੀਚੇ ਸਾਰਾ ਤੁਹਾਡੇ ਕੋਲ ਆ ਜਾਏਗਾ ਜੀ ਸਾਰਾ ਅਸੀਂ ਫਿਲ ਕਰ ਚੁੱਕੇ ਔਰ ਫਿਲ ਕਰਨ ਤੋਂ ਬਾਅਦ ਇਹ ਆ ਜਾਏਗਾ ਸਾਡੇ ਕੋਲ ਰਿਵਿਊ ਫੇਸ। ਅਗਰ ਇਹਦੇ ਵਿੱਚ ਕੋਈ ਤੁਹਾਡੇ ਕੋਲ ਮਿਸਟੇਕ ਹੋ ਗਈ ਹੈ ਤੇ ਤੁਸੀਂ ਐਡਿਟ ਆਪਸ਼ਨ ਤੇ ਜਾ ਕੇ ਇਹਨੂੰ ਐਡਿਟ ਕਰ ਸਕਦੇ ਹੋ। ਠੀਕ ਹੈ ਜੀ ਅਗਰ ਤੁਹਾਡੇ ਕੋਲ ਕੋਈ ਮਿਸਟੇਕ ਨਹੀਂ ਹੈ ਯਾਨੀ ਕਿ ਬਿਲਕੁਲ ਠੀਕ ਹੈ ਤਾਂ ਇਹਨੂੰ ਤੁਸੀਂ ਵੈਰੀਫਾਈ ਕਰੋਗੇ ਕਿ ਮਾਈ ਨੇਮ ਚੈੱਕ ਕਰ ਲਿਆ ਮਾਈ ਫਾਦਰ ਨੇਮ ਚੈੱਕ ਕਰ ਲਿਆ ਮਾਈ ਮਦਰ ਨੇਮ ਚੈੱਕ ਕਰ ਲਿਆ ਠੀਕ ਹੈ ਤੇ ਟਿਕ करते जाओगे। ਉਸ ਤੋਂ ਬਾਅਦ ਆ ਜਾਏਗਾ ਜੀ डेट ऑफ बर्थ उस तो बाद आ जाएगा जी जेंडर उस तो बाद आ जाएगा जी कैटेगरी उस तो बाद आ जाएगा जी सब कैटेगरी उस तो बाद आ जाएगी क्वेश्चन पेपर मीडियम उस तो बाद आ जाएगा ਸਾਡੇ ਕੋਲ ਐਗਜ਼ਾਮੀਨੇਸ਼ਨ ਜਿਹਦੇ ਵਾਸਤੇ ਤੁਸੀਂ ਅਪਲਾਈ ਕਰ ਰਹੇ ਹੋ ਸੈਸ਼ਨ ਦੇ ਵਿੱਚ। ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਸੈਂਟਰ ਸਿਟੀ ਤੋਂ ਬਾਅਦ ਆ ਜਾਏਗਾ ਸਾਡੇ ਕੋਲ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ। ਉਸ ਤੋਂ ਬਾਅਦ ਤੁਸੀਂ ਇੱਥੇ ਐਗਰੀ ਕਰੋਗੇ तो एग्री ਕਰਨ ਤੋਂ ਬਾਅਦ ਤੁਸੀਂ ਇੱਥੇ ਕਰੋਗੇ ਜੀ प्रोसीड। अगर एडिट करना चाहते हो तो एडिट कर सकते हो नहीं तो ਅਸੀਂ ਕਰਾਂਗੇ फाइनल सबमिशन। तो फिर ਸਾਡੇ को पूछ रहा है कि डू यू विश टू सबमिट एप्लीकेशन फाइनली यस यस कर ਦਾਂਗੇ। तो ਤੁਹਾਡੇ ਕੋਲ ਇਹ ਤੁਹਾਡੇ ਕੋਲ ਦੋ ਚੀਜ਼ਾਂ ਫਿਲ ਹੋ ਗਈਆਂ ਸਾਡੇ ਕੋਲ ਰਜਿਸਟ੍ਰੇਸ਼ਨ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਐਪਲੀਕੇਸ਼ਨ ਫਾਰਮ ਵੀ ਕੰਪਲੀਟ ਹੋ ਗਿਆ। ਉਸ ਤੋਂ ਸਾਡੇ ਕੋਲ ਰਹਿ ਗਿਆ ਜੀ ਇਮੇਜ ਅਪਲੋਡ ਕਰਨੀ ਸੀ तो ਸਾਡੇ ਉਸ ਤੋਂ ਬਾਅਦ ਰਹਿ ਗਿਆ ਸਾਡੇ ਕੋਲ ਫੀ ਪੇਮੈਂਟ। ਉਸ ਤੋਂ ਬਾਅਦ ਅਗਰ ਤੁਸੀਂ ਇਹ ਸਾਡੇ ਕੋਲ ਐਪਲੀਕੇਸ਼ਨ ਨੰਬਰ ਹੈ ਅਗਰ ਐਡਿਟ ਕੋਈ ਫਾਰਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਐਡਿਟ ਕਰ ਸਕਦੇ ਹੋ। ਅਗਰ ਤੁਸੀਂ ਇਮੇਜ ਅਪਲੋਡ ਕਰਨਾ ਚਾਹੁੰਦੇ ਹੋ ਤੁਸੀਂ ਆ ਜਾਏਗਾ ਇੱਥੇ ਜੀ ਅਪਲੋਡ ਇਮੇਜ। तो ਇਮੇਜ ਦੇ ਵਿੱਚ ਜਿਹੜੀ ਤੁਹਾਡੀ ਫੋਟੋਗ੍ਰਾਫਸ ਹੈ ਇੱਥੇ ਤੁਸੀਂ ਅਪਲੋਡ ਤੇ ਕਰੋਗੇ। ਪਹਿਲਾਂ ਜਿਹੜੀ ਤੁਸੀਂ ਫੋਟੋਗ੍ਰਾਫਸ ਹੈ ਉਹਦਾ ਜਿਹੜਾ ਸਾਈਜ਼ ਹੈ ਉਹ ਤੁਸੀਂ ਇੱਥੇ
JPG ਦੇ ਵਿੱਚ ਹੋਣਾ ਚਾਹੀਦਾ ਔਰ ਮਿਨੀਮਮ ਸਾਈਜ਼ ਹੈ 10 KB ਤੋਂ ਲੈ ਕੇ 200 KB ਦੇ ਵਿੱਚ ਹੋਣਾ ਚਾਹੀਦਾ। ਜਦੋਂ ਅਸੀਂ ਇਸੇ ਚੂਜ਼ ਕਰਾਂਗੇ ਤਾਂ ਤੁਹਾਡੇ ਕੋਲ ਜਿੱਥੇ ਤੁਸੀਂ ਫਾਈਲ ਸੇਵ ਕੀਤੀ ਹੈ ਉੱਥੇ ਤੁਸੀਂ ਫਾਈਲ ਓਪਨ ਕਰਕੇ ਇਸ ਦੇ ਵਿੱਚ ਅਪਲੋਡ ਕਰ ਸਕਦੇ ਹੋ। ਤਾਂ ਨੈਕਸਟ ਸਿਗਨੇਚਰ ਹੈ, ਤਾਂ ਤੁਸੀਂ ਸਿਗਨੇਚਰ ਕਰੋਗੇ, ਉਸ ਤੋਂ ਬਾਅਦ ਸਬਮਿਟ ਤੇ ਰਿਵਿਊ ਕਰੋਗੇ, ਉਸ ਤੋਂ ਬਾਅਦ ਸਾਡੇ ਕੋਲ ਆ ਜਾਏਗਾ ਜੀ ਫਾਈਨਲ ਪੇਮੈਂਟ। ਤਾਂ ਫਰੈਂਡਸ ਮੈਂ ਉਮੀਦ ਕਰਦਾ ਕਿ ਤੁਹਾਨੂੰ तो स्टूडेंट्स मैं उम्मीद करदा कि ਤੁਹਾਨੂੰ ਕਾਫੀ ਸਾਰੇ ਪੁਆਇੰਟਸ ਜਿਹੜੇ ਕਲੀਅਰ ਹੋਏ ਹੋਣਗੇ। ਅਗਰ ਫਿਰ ਵੀ ਕੋਈ ਅਗਰ ਪੁਆਇੰਟ ਕਲੀਅਰ ਨਾ ਹੋਏ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਸਕਦੇ ਹੋ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਜਿਹੜਾ ਇਹਨੂੰ ਜਿਹੜੀ ਤੁਹਾਡੇ ਡਾਊਟਸ ਹੈ ਉਹਨੂੰ ਕਲੀਅਰ ਕੀਤੇ ਜਾਣ। तो थैंक्स फॉर वाचिंग। जय हिंद।